ਧਨਾਸਰੀ ਮਹੱਲਾ ਪਹਿਲਾ ਆਰਤੀ। ਧਨਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਆਰਤੀ ਨਾਮ ਬੇਨਤੀ ਦਾ ਹੈ। ਆਰਤੀ ਨਾਮ ਆ ਸਰਬ ਔਰ ਸੇ ਰਤੀ ਪ੍ਰੀਤੀ ਕਰਨੀ ਪਰਮੇਸ਼ਰ ਦੇ ਨਾਲ, ਸਭ ਪਾਸਿਆਂ ਤੋਂ ਮਨ ਨੂੰ ਇਕਾਗਰ ਕਰਕੇ ਪਰਮੇਸ਼ਰ ਦੇ ਸਨਮੁਖ ਕਰਕੇ ਪ੍ਰੀਤੀ ਕਰਨੀ ਤੇ ਆਰਤੀ ਬੇਨਤੀ ਕਰਨੀ ਤੇ ਸਭ ਪਾਸਿਆਂ ਤੋਂ ਮਨ ਨੂੰ ਰੋਕ ਕਰਕੇ ਆਪਣੇ ਮਨ ਦੀ ਬਿਰਤੀ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੀ ਰੰਗ ਲੈਣਾ, ਇਹਦਾ ਨਾਮ ਆਰਤੀ ਹੁੰਦਾ ਹੈ। ਬੇਨਤੀ ਦਾ ਨਾਮ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗਗਨ ਮੈਂ ਥਾਲ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਪੰਡਿਓ ਰੱਬ ਜਿੱਡਾ ਵੱਡਾ ਹੈ ਉਹਦੀ ਆਰਤੀ ਵੀ ਓਡੀ ਵੱਡੀ ਹੋ ਰਹੀ ਹੈ, ਸਮੱਗਰੀ ਵੀ ਐਡੀ ਵੱਡੀ ਹੈ। ਕਹਿੰਦੇ ਗਗਨ ਮੈਂ ਥਾਲ, ਜਿਹੜਾ ਗਗਨ ਹੈ ਆਕਾਸ਼ ਹੈ, ਇਹੀ ਥਾਲ ਮੈਂ ਰੂਪ ਹੋ ਰਿਹਾ ਹੈ। ਮੈਂ ਨਾਮ ਰੂਪ ਦਾ ਹੁੰਦਾ ਹੈ। ਜਿਹੜਾ ਇਹ ਆਕਾਸ਼ ਹੈ ਇਹ ਉਸ ਦੀ ਆਰਤੀ ਵਾਸਤੇ ਥਾਲ ਰੂਪ ਬਣ ਰਿਹਾ ਹੈ, ਗੋਲਾਕਾਰ। ਜਿਵੇਂ ਥਾਲ ਗੋਲ ਹੁੰਦਾ ਹੈ ਇਸੇ ਤਰ੍ਹਾਂ ਆਕਾਸ਼ ਵੀ ਚਾਰ ਚੁਫੇਰੇ ਗੋਲ ਜਿਹੜਾ ਪ੍ਰਤੀਤ ਹੋ ਰਿਹਾ ਹੈ, ਇਹ ਇੱਕ ਸੋਹਣਾ ਥਾਲ ਬਣਿਆ ਹੋਇਆ ਹੈ। ਰਵ ਚੰਦ ਦੀਪਕ ਬਨੇ। ਕਹਿੰਦੇ ਜੀ ਅਸੀਂ ਤੇ ਵਿੱਚ ਦੀਵੇ ਬਾਲਦੇ ਆ, ਇਹਦੇ ਵਿੱਚ ਦੀਵੇ ਕਿਹੜੇ ਨੇ? ਸੱਚੇ ਪਾਤਸ਼ਾਹ ਕਹਿਣਗੇ ਇਹਦੇ ਵਿੱਚ ਰਵ ਸੂਰਜ ਤੇ ਚੰਦ ਚੰਦਰਮਾ ਇਹ ਦੋਵੇਂ ਦੀਵੇ ਬਣ ਰਹੇ ਹਨ। ਇੱਕ ਰਾਤ ਨੂੰ ਚਾਨਣ ਕਰਦਾ, ਇੱਕ ਦਿਨ ਨੂੰ ਚਾਨਣ ਕਰਦਾ ਹੈ। ਫਿਰ ਤੁਹਾਡੇ ਦੀਵਿਆਂ ਵਿੱਚ ਨਿੱਤ ਘਿਓ ਪਾਉਣਾ ਪੈਂਦਾ, ਬੱਤੀਆਂ ਪਾਉਣੀਆਂ ਪੈਂਦੀਆਂ ਨੇ। ਇਹਨਾਂ ਵਿੱਚ ਨਾ ਕੋਈ ਬੱਤੀ ਪਾਉਣੀ ਪਵੇ, ਨਾ ਕਦੇ ਘਿਓ ਤੇਲ ਪਾਉਣਾ ਪਵੇ, ਇੱਕ ਰਾਸੀ ਇਹ ਪ੍ਰਕਾਸ਼ ਰਹੇ ਹਨ। ਇਹ ਦੋਵੇਂ ਦੀਵੇ ਬਣ ਰਹੇ ਹਨ ਦਿਨ ਤੇ ਰਾਤ ਦੇ। ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਜੀ ਅਸੀਂ ਤੇ ਵਿੱਚ ਮੋਤੀ ਭੇਟਾ ਕਰਦੇ ਹਾਂ ਜਾਂ ਮੋਤੀ ਜੜੇ ਹੋਏ ਨੇ ਸਾਡੇ ਥਾਲ ਦੇ ਵਿੱਚ, ਤਾਂ ਸੋ ਸਾਡਾ ਥਾਲ ਬੜਾ ਸੋਹਣਾ। ਤੁਸੀਂ ਦੱਸੋ। ਹਜ਼ੂਰ ਕਹਿੰਦੇ ਤਾਰਿਆਂ ਦਾ ਜਿਹੜਾ ਮੰਡਲ ਹੈ ਸਮੁਦਾਇ ਹੈ, ਇਹ ਜਨਕ ਜੜੇ ਹੋਏ ਹਨ ਮੋਤੀ। ਜਨਕ ਜਾਣਨਾ ਕਰੋ, ਜਨਕ ਪਿਤਾ ਪਰਮੇਸ਼ਰ ਦੀ ਪ੍ਰਸੰਨਤਾ ਦੇ ਵਾਸਤੇ। ਸੋ ਇਹ ਮੋਤੀ ਸੋਹਣੇ ਸੁੱਚੇ ਜੜੇ ਹੋਏ ਹਨ, ਜਿਹੜੇ ਇਹ ਉੱਚੇ ਨੀਵੇਂ ਤਾਰੇ, ਛੋਟੇ ਤੇ ਵੱਡੇ ਜਿਹੜੇ ਤਾਰੇ ਹਨ, ਇਹ ਸੁੱਚੇ ਮੋਤੀ ਹਨ ਜੜੇ ਹੋਏ। ਜਨਕ ਜਾਣਨਾ ਕਰੋ, ਜਨਕ ਪਿਤਾ ਵਾਸਤੇ। ਧੂਪ ਮਲ ਆਨ ਲੋ। ਕਹਿੰਦੇ ਜੀ ਅਸੀਂ ਤਾਂ ਆ ਗੁਗਲ ਧੁਖਾ ਕੇ ਧੂਪ ਦਿੰਦੇ ਹਾਂ, ਸੁਗੰਧੀ ਦਿੰਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਛੋਟੀ ਜੀ ਸੁਗੰਧੀ ਦੇ ਨਾਲ ਉਹਨੇ ਸੁਗੰਧਿਤ ਨਹੀਂ ਹੋਣਾ, ਪ੍ਰਸੰਨ ਨਹੀਂ ਹੋਣਾ। ਸੋ ਕਹਿੰਦੇ ਜਿਹੜਾ ਮਲਿਆਗਰ ਪਰਬਤ ਹੈ, ਸੋ ਜਿਸ ਦੇ ਉੱਪਰ ਬੜੇ ਭਾਰੀ ਚੰਦਨ ਦੇ ਬੂਟੇ ਹਨ, ਜਦੋਂ ਚੇਤ ਦਾ ਮਹੀਨਾ ਆਉਂਦਾ ਉਸ ਮੌਕੇ ਤੇ ਹਵਾ ਦੇ ਚੱਲਣ ਤੋਂ ਬਾਂਸ ਆਪਸ ਵਿੱਚ ਖਹਿੰਦੇ ਹਨ। ਉਹਨਾਂ ਦੇ ਘਸਣ ਤੋਂ ਰਗੜ ਤੋਂ ਅੱਗ ਪੈਦਾ ਹੁੰਦੀ ਹੈ। ਅੱਗ ਪੈਦਾ ਹੋਣ ਤੋਂ ਉਸ ਜੰਗਲ ਨੂੰ ਅੱਗ ਲੱਗਦੀ ਹੈ ਜਦੋਂ ਡੌਂ ਅਗਨੀ। ਸੋ ਕੱਤਕ ਕੂੰਜਾਂ ਚੇਤ ਡੌਂ ਸਾਵਨ ਬਿਜਲੀਆਂ ਹਜ਼ੂਰ ਨੇ ਬਚਨ ਕੀਤੇ ਹਨ। ਸੋ ਉਸ ਮੌਕੇ ਤੇ ਜਦੋਂ ਜੰਗਲ ਬਾਕੀ ਦਾ ਸੜਦਾ ਹੈ ਤੇ ਉਹ ਜਿਹੜੇ ਚੰਦਨ ਦੇ ਬੂਟੇ ਹਨ ਉਹਨਾਂ ਨੂੰ ਵੀ ਅੱਗ ਲੱਗ ਕੇ ਉਹ ਵੀ ਸੜਦੇ ਹਨ। ਉਹਨਾਂ ਵਿੱਚੋਂ ਜਿਹੜੀ ਸੁਗੰਧੀ ਨਿਕਲਦੀ ਹੈ ਤੇ ਧੂਪ, ਉਹਦੇ ਵਿੱਚੋਂ ਜਿਹੜੀ ਆਪਣੇ ਉਹਦੇ ਸੜਨ ਤੋਂ ਸੁਗੰਧੀ ਨਿਕਲਦੀ ਹੈ ਤੇ ਧੁਖਦੀ ਹੈ ਧੂਪ, ਉਹ ਪਰਮੇਸ਼ਰ ਨੂੰ ਸਦਾ ਵਾਸਤੇ ਧੂਪ ਹੋ ਰਹੀ ਹੈ, ਉਹ ਸੁਗੰਧੀ ਮਿਲ ਰਹੀ ਹੈ। ਜਿਹੜਾ ਸਾਰਾ ਹੀ ਮਲਿਆਗਰ ਪਰਬਤ ਹੈ ਪਰਮੇਸ਼ਰ ਵੱਲ ਨੂੰ ਜਾਈਏ ਤਾਂ ਰਾਹ ਵਿੱਚ ਆਉਂਦਾ ਜਿਹੜਾ, ਸੋ ਉਹ ਸਾਰਾ ਜਿਹੜਾ ਪਹਾੜ ਹੈ ਚੰਦਨ ਦਾ, ਉਹਨੂੰ ਅੱਗ ਲੱਗਣ ਤੋਂ ਉਹਦੇ ਵਿੱਚੋਂ ਜਿਹੜਾ ਧੂੰਆਂ ਨਿਕਲਦਾ, ਜਿਹੜੀ ਸੁਗੰਧੀ ਨਿਕਲਦੀ ਹੈ ਮਲਿਆਗਰ ਪਰਬਤ ਪ੍ਰਯੰਤ, ਇਹ ਉਸ ਪਰਮੇਸ਼ਰ ਨੂੰ ਧੂਪ ਹੋ ਰਿਹਾ ਹੈ, ਪ੍ਰਾਪਤ ਹੋ ਰਿਹਾ ਹੈ। ਹੁਣ ਚਵਰੋ ਕਰੇ। ਕਹਿੰਦੇ ਜੀ ਅਸੀਂ ਤਾਂ ਆਪਣੇ ਹੱਥ ਵਿੱਚ ਲੈ ਕੇ ਚੌਰ ਕਰਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੀ ਹਵਾ ਹੈ ਇਹ ਜਦੋਂ ਚੱਲਦੀ ਹੈ ਤੇ ਜਿਹੜੇ ਬਿਰਸ਼ ਹਨ ਇਹਨਾਂ ਦੀਆਂ ਟਹਿਣੀਆਂ ਹਿਲਦੀਆਂ ਹਨ, ਇਹਨਾਂ ਦੀਆਂ ਟੀਸੀਆਂ ਹਿਲਦੀਆਂ ਹਨ। ਚਵਰ ਢੁੱਲਾ ਪਵਣਾ ਲੈ ਫੇਰੀ, ਹਵਾ ਦੇ ਨਾਲ ਜਿਹੜੇ ਬਿਰਸ਼ਾਂ ਦੀਆਂ ਟਾਹਣੀਆਂ ਫੇਰੀਆਂ ਲੈਂਦੀਆਂ ਹਨ, ਕਦੇ ਇਸ ਪਾਸੇ ਨੂੰ ਕਦੇ ਇਸ ਪਾਸੇ ਨੂੰ ਜਾਂਦੀਆਂ ਹਨ। ਇਹ ਸਾਰੀ ਜਿੰਨੀ ਬਨਸਪਤੀ ਹੈ, ਸਾਰੇ ਜਿੰਨੇ ਬਿਰਸ਼ ਹਨ, ਹਵਾ ਦੇ ਨਾਲ ਇਹਨਾਂ ਦੀਆਂ ਟਹਿਣੀਆਂ ਜਿਹੜੀਆਂ ਹਿੱਲ ਰਹੀਆਂ ਹਨ, ਇਹ ਸਾਰੀ ਉਸ ਪਰਮੇਸ਼ਰ ਨੂੰ ਪਵਿੱਤਰ ਚੌਰ ਹੋ ਰਹੀ ਹੈ। ਤੁਸੀਂ ਆ ਥੋੜੇ ਜਿਹੇ ਵਾਲਾਂ ਵਾਲੀ ਚੌਰ ਕਰਕੇ ਕੀ ਕਰੋਗੇ? ਸਗਲ ਬਨ ਰਾਏ ਫੁਲੰਤ ਜੋਤੀ। ਕਹਿੰਦੇ ਜੀ ਫੂਲੰਤ ਭਾਈ, ਫੁਲੰਤ ਨਹੀਂ। ਸੋ ਕਹਿੰਦੇ ਜੀ ਇਸ ਪ੍ਰਕਾਰ ਅਸੀਂ ਤਾਂ ਫੁੱਲ ਚਾੜਦੇ ਹਾਂ, ਆ ਫੁੱਲਾਂ ਦੀਆਂ ਮਾਲਾ ਭੇਟਾ ਕਰਦੇ ਹਾਂ। ਤੁਸੀਂ ਦੱਸੋ ਕਿਹੜੇ ਫੁੱਲ ਚੜ ਰਹੇ ਨੇ? ਕਹਿੰਦੇ ਸਗਲ ਬਨ ਰਾਏ, ਸਾਰੀ ਜਿੰਨੀ ਬਨਸਪਤੀ ਹੈ ਸਭ ਸੰਸਾਰ ਦੇ ਵਿੱਚ, ਇਹਦੇ ਵਿੱਚ ਜਿੰਨੇ ਫੁੱਲ ਸਾਰੇ ਖਿੜ ਰਹੇ ਹਨ, ਫੁੱਲ ਰਹੇ ਹਨ, ਉਹ ਜੋਤੀ ਪ੍ਰਕਾਸ਼ ਰੂਪ ਵਾਹਿਗੁਰੂ ਨੂੰ ਇਹ ਸਾਰੇ ਫੁੱਲਾਂ ਦੀਆਂ ਮਾਲਾ ਅਰਪਣ ਹੋ ਰਹੀਆਂ ਹਨ। ਸਾਰੇ ਫੁੱਲ ਤੇ ਇਸ ਪਰਮੇਸ਼ਰ ਨੂੰ ਭੇਟਾ ਹੋ ਰਹੇ ਹਨ। ਸਾਰੇ ਸੰਸਾਰ ਦੀ ਬਨਸਪਤੀ ਦੇ ਵਿੱਚੋਂ ਇੰਨੇ ਫੁੱਲ ਜਿਹੜੇ ਹਨ ਇਹ ਉਸ ਪਰਮੇਸ਼ਰ ਨੂੰ ਸਾਰੇ ਇਹ ਚੜ ਰਹੇ ਹਨ, ਮਿਲ ਰਹੇ ਹਨ।
ਐਸੀ ਇਹ ਫੁੱਲਾਂ ਦੀ ਮਾਲਾ ਤੇ ਐਸੇ ਫੁੱਲ ਉਸ ਨੂੰ ਅਰਪਣ ਹੋ ਰਹੇ ਹਨ। ਐਸੀ ਆਰਤੀ ਹੋਏ। ਆ ਜਿਹੜੀ ਤੁਸੀਂ ਕਰਦੇ ਹੋ ਆਰਤੀ ਪੰਡਿਓ, ਇਹ ਪਰਮੇਸ਼ਰ ਦੀ ਆਰਤੀ ਕਿਵੇਂ ਹੋ ਸਕਦੀ ਹੈ? ਛੋਟੇ ਜਿਹੇ ਥਾਲ ਦੇ ਵਿੱਚ ਤੇ ਛੋਟੇ ਜਿਹੇ ਦੀਵਿਆਂ ਦੇ ਵਿੱਚ ਭਵ ਖੰਡਨਾ ਤੇਰੀ ਆਰਤੀ। ਪਰਮੇਸ਼ਰ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ ਨੇ, ਇਹ ਜੰਮਣ ਮਰਨ ਦੇ ਭੈ ਨੂੰ ਖੰਡਨ ਕੱਟਣ ਵਾਲੇ ਵਾਹਿਗੁਰੂ, ਤੇਰੀ ਜਿਹੜੀ ਆਰਤੀ ਹੈ ਅਨਹਤਾ ਸ਼ਬਦ ਵਾਜੰਤ ਭੇਰੀ। ਸੋ ਇਹ ਤੇਰੀ ਆਰਤੀ ਛੋਟੇ ਜਿਹੇ ਦੀਵਿਆਂ ਦੇ ਨਾਲ ਤੇ ਛੋਟੇ ਜਿਹੇ ਥਾਲਾਂ ਦੇ ਨਾਲ ਨਹੀਂ ਹੋ ਸਕਦੀ। ਪੰਡੇ ਕਹਿਣ ਲੱਗੇ ਜੀ ਅਸੀਂ ਤਾਂ ਨਾਲ ਭੇਰੀਆਂ ਤੇ ਬਾਜੇ ਵਜਾਉਂਦੇ ਹਾਂ ਜਦੋਂ ਇਹ ਆਰਤੀ ਹੁੰਦੀ ਹੈ। ਹਜ਼ੂਰ ਕਹਿੰਦੇ ਅਨਹਤਾ ਸ਼ਬਦ ਵਾਜੰਤ ਭੇਰੀ, ਨਾਸ ਤੋਂ ਰਹਿਤ ਜਿਹੜਾ ਸ਼ਬਦ ਬ੍ਰਹਮ ਗਿਆਨੀਆਂ ਦੇ ਹਿਰਦੇ ਅੰਦਰ ਸਾਖਿਆਤ ਹੈ। ਅਜੱਪਾ ਜਾਪ ਨਾ ਵੀਸਰਿਆ ਆਦ ਜੁਗਾਦ ਸਮਾਏ। ਇੱਕ ਰਸ ਜਿਹੜਾ ਸਿਮਰਨ ਹੈ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ, ਗੁਰਮੁਖ ਰੋਮ ਰੋਮ ਹਰ ਧਿਆਵਾ। ਵਾ ਨਾਸ ਤੋਂ ਰਹਿਤ ਜਿਹੜਾ ਮੈਂ ਤੂੰ ਦਾ ਬੋਲ ਚਾਲ ਸਾਰੀ ਜਿਹੜੀ ਹੋ ਰਹੀ ਹੈ। ਸੋ ਇਹ ਪਰਮੇਸ਼ਰ ਦੀ ਅਨਹਤਾ ਸ਼ਬਦ ਜਿਹੜਾ ਨਾਸ ਤੋਂ ਰਹਿਤ ਪਰਮੇਸ਼ਰ ਦਾ ਸ਼ਬਦ ਹੈ, ਸਤਨਾਮ ਵਾਹਿਗੁਰੂ ਦਾ ਉਚਾਰਨ, ਇਹ ਉਸ ਪਰਮੇਸ਼ਰ ਦੀ ਪ੍ਰਸੰਨਤਾ ਵਾਸਤੇ ਸੋਹਣੀਆਂ ਭੇਰੀਆਂ ਇਹ ਵਾਜੇ ਵੱਜ ਰਹੇ ਹਨ, ਭੇਰੀਆਂ ਵੱਜ ਰਹੀਆਂ ਹਨ। ਵਿਸਰਾਮ ਦੇ ਕੇ ਕਹਿੰਦੇ ਹਨ ਸਹਿਸ ਤਵ ਨੈਣ। ਸੋ ਕਹਿਣ ਲੱਗੇ ਜੀ ਅਸੀਂ ਤਾਂ ਸਤੋਤਰ ਉਚਾਰਦੇ ਹਾਂ, ਤੁਸੀਂ ਦੱਸੋ ਉਹ ਸਤੋਤਰ ਕਿਹੜਾ ਉਚਾਰਦੇ ਹੋ? ਪਰਮੇਸ਼ਰ ਦਾ ਜਸ ਜਿਸ ਦੇ ਵਿੱਚ ਕੀਤਾ ਜਾਵੇ ਉਹਨੂੰ ਅਸਤੋਤਰ ਕਹੀਦਾ ਹੈ। ਤੁਸੀਂ ਦੱਸੋ ਜੀ ਅਸਤੋਤਰ ਕਿਹੜਾ ਕਰਦੇ ਹੋ? ਅਸੀਂ ਤਾਂ ਬਾਰਾਟ ਰੂਪ ਪਰਮੇਸ਼ਰ ਨੂੰ ਕਥਨ ਕਰਦੇ ਹਾਂ। ਹਜ਼ੂਰ ਕਹਿਣ ਲੱਗੇ ਇਹ ਵੇਖੋ ਭਾਈ, ਅਸੀਂ ਵੀ ਅਸਤੋਤਰ ਉਚਾਰਦੇ ਹਾਂ। ਸਹਿਸ ਤਵ ਨੈਣ, ਹੇ ਵਾਹਿਗੁਰੂ ਪਰਮੇਸ਼ਰ ਸਰਗੁਣ ਸਰੂਪ ਦੇ ਵਿੱਚ ਤੇਰੇ ਹਜ਼ਾਰਾਂ ਨੇਤਰ ਹਨ। ਜਿੰਨੇ ਸਾਰੀ ਸ੍ਰਿਸ਼ਟੀ ਦੇ ਨੇਤਰ ਹਨ ਇਹ ਸਾਰੇ ਤੇਰੇ ਹੀ ਹਨ। ਭਾਈ ਨੰਦ ਲਾਲ ਜੀ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਸਤਿਗੁਰੂ ਕਲਗੀਧਰ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਹੋਏ ਹੋਏ ਜਿਵੇਂ ਕਹਿ ਰਹੇ ਹਨ, ਨੂਰ ਦਰ ਹਰ ਚਿਸ਼ਮ ਗੁਰ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ। ਜਿੰਨੀਆਂ ਦੇਹਾਂ ਹਨ ਇਹਨਾਂ ਸਾਰਿਆਂ ਵਿੱਚ ਰੂਹ ਚੇਤਨ ਸੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਇਹ ਜਿੰਨੇ ਸਾਰੇ ਨੇਤਰ ਹਨ ਇਹਨਾਂ ਵਿੱਚ ਪ੍ਰਕਾਸ਼ ਜਲਵਾ ਰੌਸ਼ਨੀ ਜੋ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆਪਣੀ ਹੈ। ਸੋ ਹਜ਼ਾਰਾਂ ਹੀ ਨੇਤਰ ਹਨ ਤੇਰੇ। ਵਿਰਾਟ ਸਰੂਪ ਦੇ ਵਿੱਚ ਤੇਰੇ ਹਜ਼ਾਰਾਂ ਨੇਤਰ ਹਨ। ਸਰਗੁਣ ਸਰੂਪ ਦੇ ਵਿੱਚ ਸਾਰੀ ਦੁਨੀਆ ਦੇ ਨੇਤਰ ਤੇਰੇ ਨੇਤਰ ਬਣ ਰਹੇ ਹਨ, ਅੱਖਾਂ ਬਣ ਰਹੀਆਂ ਹਨ। ਨਾਨ ਨੈਣ ਹੈ ਤੋਹੇ ਕਾ। ਨਿਰਗੁਣ ਸਰੂਪ ਦੇ ਵਿੱਚ ਤੇਰਾ ਨਹੀਂ ਹੈ ਕੋਈ ਵੀ ਨੇਤਰ, ਰੂਪ ਰੇਖ ਆਕਾਰ ਤੋਂ ਰਹਿਤ ਹੈ। ਨਿਰਗੁਣ ਸਰੂਪ ਦੇ ਵਿੱਚ ਤੇਰਾ ਨਹੀਂ ਹੈ ਕੋਈ ਵੀ ਇੱਕ ਵੀ ਨੇਤਰ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਮੂਰਤ ਹਜ਼ਾਰਾਂ ਹੀ ਮੂਰਤਾਂ ਹੈ ਜਿਹੜੀਆਂ ਹਨ ਇਹ ਪਰਮੇਸ਼ਰ ਤੇਰੀਆਂ ਬਣ ਰਹੀਆਂ ਹਨ। ਉਹ ਆ ਮੂਰਤਾਂ ਕਾਗਜ਼ ਦੀਆਂ ਨਹੀਂ ਸਮਝਣੀਆਂ, ਕੋਈ ਪੱਥਰ ਦੀਆਂ ਜਾਂ ਤਾਂਬੇ ਜਾਂ ਚਾਂਦੀ ਜਾਂ ਇਹੋ ਜਿਹੀਆਂ ਲੱਕੜ ਦੀਆਂ ਨਹੀਂ ਸਮਝਣੀਆਂ। ਮੂਰਤੀਆਂ ਨਾਮ ਆ ਜਿੰਨੀਆਂ ਦੇਹਾਂ ਹਨ। ਸੋ ਅੰਡਜ ਖਾਣੇ ਦੀਆਂ, ਜੇਰਜ ਖਾਣੇ ਦੀਆਂ, ਸੇਤਜ ਉਤਪੁਜ ਖਾਣੇ ਦੀਆਂ ਜਿੰਨੀਆਂ ਮੂਰਤਾਂ ਸ਼ਕਲਾਂ ਹਨ ਇਹ ਵਾਹਿਗੁਰੂ ਤੇਰੀਆਂ ਹੀ ਹਨ। ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ। ਇਸ ਪ੍ਰਕਾਰ ਸੋ ਸਹਿਸ ਮੂਰਤ ਹਜ਼ਾਰਾਂ ਹੀ ਤੇਰੀਆਂ ਇਹ ਮੂਰਤ ਤੇਰੇ ਇਹ ਸਰੂਪ ਬਣ ਰਹੇ ਹਨ। ਸਰਗੁਣ ਸਰੂਪ ਦੇ ਵਿੱਚ ਨਨਾ ਏਕ ਤੋਹੀ। ਨਿਰਗੁਣ ਸਰੂਪ ਦੇ ਵਿੱਚ ਤੇਰੀ ਕੋਈ ਵੀ ਮੂਰਤੀ ਨਹੀਂ ਹੈ। ਉਹ ਤੂੰ ਅਕਾਲ ਮੂਰਤ ਹੈ। ਕਾਲ ਤੋਂ ਰਹਿਤ ਤੇਰੇ ਮੂਰਤ ਸਰੂਪ ਹਸਤੀ ਹੈ। ਉੱਥੇ ਮੂਰਤ ਨਾਮ ਹਸਤੀ ਦਾ ਹੈ, ਸਰੂਪ ਦਾ ਹੈ, ਹੋਂਦ ਦਾ ਹੈ। ਸੋ ਇਹ ਵਾਹਿਗੁਰੂ ਅਕਾਲ ਮੂਰਤ ਹੈ। ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ। ਨਿਰਗੁਣ ਸਰੂਪ ਦੇ ਵਿੱਚ ਤੇਰਾ ਕੋਈ ਆਕਾਰ ਨਹੀਂ ਹੈ। ਸਹਿਸ ਪਦ ਬਿਮਲ। ਸਰਗੁਣ ਸਰੂਪ ਦੇ ਵਿੱਚ ਅਥਵਾ ਵਿਰਾਟ ਸਰੂਪ ਦੇ ਵਿੱਚ ਹਜ਼ਾਰਾਂ ਤੇਰੇ ਬਿਮਲ ਮੈਲ ਤੋਂ ਰਹਿਤ ਉਜਲ ਤੇਰੇ ਪਦ ਚਰਨ ਹਨ। ਭਗਤਾਂ ਦੇ ਧਿਆਨ ਕਰਨੇ ਯੋਗ, ਜਿਨ੍ਹਾਂ ਚਰਨਾਂ ਨਾਲ ਚੱਲ ਕੇ ਆਪਣੇ ਭਗਤਾਂ ਦੀ ਸਹਾਇਤਾ ਜਾ ਕੇ ਕਰਦੇ ਹੋ। ਨਰ ਏਕ ਪਦ। ਨਿਰਗੁਣ ਸਰੂਪ ਦੇ ਵਿੱਚ ਤੁਹਾਡਾ ਇੱਕ ਵੀ ਚਰਨ ਨਹੀਂ ਹੈ। ਗੰਧ ਬਿਨ। ਨਿਰਗੁਣ ਸਰੂਪ ਤੁਹਾਡਾ ਨਾਸਾਂ ਤੋਂ ਬਿਨਾਂ ਹੈ। ਕੋਈ ਇੱਕ ਵੀ ਨਾਸਕਾ ਤੁਹਾਡੀ ਨਹੀਂ ਹੈ ਸੁਗੰਧੀ ਲੈਣ ਵਾਲੀ। ਸਹਿਸ ਤਵ ਗੰਧ। ਤੇ ਸਰਗੁਣ ਸਰੂਪ ਦੇ ਵਿੱਚ ਹਜ਼ਾਰਾਂ ਇਹ ਨਾਸਕਾਂ ਤੇਰੀਆਂ ਹੀ ਬਣ ਰਹੀਆਂ ਨੇ। ਇਹ ਵਾਹਿਗੁਰੂ ਇਹ ਚਲਤ ਮੋਹੀ। ਇਹੋ ਜਿਹੇ ਚਲਤ ਕੌਤੁਕ ਨੂੰ ਵੇਖ ਕਰਕੇ ਸਾਡੀ ਜਿਗਿਆਸੂਆਂ ਦੇ ਚਿੱਤ ਦੀ ਬਿਰਤੀ ਤੇਰੇ ਵਿੱਚ ਮੋਹਤ ਹੋ ਰਹੀ ਹੈ। ਐਸੇ ਤੇਰੇ ਆਸ਼ਚਰਜੀ ਕੌਤੁਕ ਵੇਖ ਕਰਕੇ ਸਭ ਮਹਿ ਜੋਤ ਜੋਤ ਹੈ ਸੋ। ਸੋ ਇਸ ਪ੍ਰਕਾਰ ਇਹ ਅਸਤੋਤਰ ਸੁਣ ਕੇ ਬੜੇ ਇਹ ਚਿੱਤ ਵਿੱਚ ਪ੍ਰਸੰਨ ਹੋਏ। ਪੰਡੇ ਕਹਿਣ ਲੱਗੇ ਜੀ ਤੁਸੀਂ ਦੱਸੋ ਕਿ ਕਿਹੜੀ ਜੋਤ ਤੋਂ ਇਹ ਬਾਕੀ ਦੀਆਂ ਜੋਤਾਂ ਤੁਸੀਂ ਇਹ ਪ੍ਰਕਾਸ਼ਕ ਹੋ ਰਹੀਆਂ ਤੁਸੀਂ ਮੰਨਦੇ ਹੋ? ਸੋ ਕਹਿਣ ਲੱਗੇ ਕਿ ਸਾਡੇ ਪਾਸ ਇੱਕ ਵੱਡੀ ਭਾਰੀ ਜੋਤ ਹੈ, ਅਖੰਡ ਜੋਤ। ਉਸ ਅਖੰਡ ਜੋਤ ਤੋਂ ਪੰਡਾ ਆ ਕੇ ਬਾਕੀ ਦੇ ਦੀਵੇ ਤੇ ਜੋਤਾਂ ਜਗਾਉਂਦਾ ਹੈ। ਤੁਸੀਂ ਦੱਸੋ ਕਿਹੜੀ ਉਹ ਅਖੰਡ ਜੋਤ ਹੈ ਜਿਸ ਤੋਂ ਬਾਕੀ ਦੇ ਜਿਹੜੇ ਇਹ ਖਟ ਜੋਤੀ ਹਨ ਪ੍ਰਕਾਸ਼ ਰਹਿਣ। ਚੰਦਰਮਾ, ਸੂਰਜ, ਤਾਰੇ ਆਦਿਕ, ਅਗਨੀ
ਬਿਜਲੀ, ਬੁੱਧੀ, ਇਹ 6 ਜਿਹੜੇ ਪ੍ਰਕਾਸ਼ਕ ਹਨ। ਇਹ ਦੱਸੋ ਤੁਸੀਂ ਇਹ ਕਿਵੇਂ ਤੁਹਾਡੇ ਦੀਵੇ ਇਹ ਕਿਵੇਂ ਪ੍ਰਕਾਸ਼ ਰਹੇ ਨੇ? ਹਜ਼ੂਰ ਕਹਿੰਦੇ ਹਨ ਸਭ ਮੈਂ ਜੋਤ, ਜੋ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਹੈ, ਜੋ ਜਾਗਤ ਜੋਤ ਜਪੈ ਨੇ ਸਬਾਸਰ, 10ਵੇਂ ਸਰੂਪ ਵਿੱਚ ਜਿਸ ਜੋਤ ਬਾਰੇ ਕਿਹਾ ਹੈ, ਜਾਗਤ ਜੋਤ ਜਪੈ ਨੇ ਸਬਾਸਰ, ਏਕ ਬਿਨਾ ਮਨ ਨਾਇਕ ਨ ਆਨੈ, ਜੋ ਜਿਮੀ ਜਮਾਨ ਕੇ ਬਿਖੈ ਸਮਸਤ, ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸੋ ਇੱਕ ਰਸ ਜੋ ਅਖੰਡਾਕਾਰ ਜੋਤ ਹੈ ਪਰਮੇਸ਼ਰ ਦੀ, ਸਦਾ ਵਾਸਤੇ ਜਾਗਦੀ ਜੋਤ। ਸੋ ਇਸ ਪ੍ਰਕਾਰ ਤਤ ਨਿਰੰਜਨ ਜੋਤ ਸਬਾਈ, ਸੋ ਹੰ ਭੇਦ ਨ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਜਿਹੜੀ ਸਭ ਮੈਂ ਜੋਤ, ਸਾਰਿਆਂ ਵਿੱਚ ਜਿਹੜੀ ਜੋਤ ਕੰਮ ਕਰ ਰਹੀ ਹੈ, ਜਿਸ ਜੋਤ ਕਰਕੇ ਅੱਖਾਂ ਨਾਲ ਵੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਜ਼ੁਬਾਨ ਨਾਲ ਬੋਲ ਰਹੇ ਹਾਂ, ਪੈਰਾਂ ਨਾਲ ਤੁਰ ਰਹੇ ਹਾਂ, ਹੱਥਾਂ ਨਾਲ ਕੰਮ ਕਰ ਰਹੇ ਹਾਂ, ਬੁੱਧੀ ਨਾਲ ਸੰਕਲਪ ਨਿਸ਼ਚੇ ਕਰ ਰਹੇ ਹਾਂ, ਮਨ ਨਾਲ ਸੰਕਲਪ ਉਠਾ ਰਹੇ ਹਾਂ, ਸਾਰੇ ਸਰੀਰਾਂ ਦੀ ਕਿਰਿਆ ਹੋ ਰਹੀ ਹੈ, ਹਰਕਤ ਹੋ ਰਹੀ ਹੈ ਸਭ ਸੰਸਾਰ ਦੀ। ਉਹ ਜਿਹੜੀ ਸਾਰਿਆਂ ਦੇ ਵਿੱਚ ਜੋਤ ਹੈ ਸੋਏ, ਉਹ ਅਖੰਡ ਜੋਤ ਹੈ, ਸਭ ਤੋਂ ਵੱਡੀ ਜੋਤ ਹੈ। ਤਿਸ ਕੈ ਚਾਨਣ, ਇਸ ਉਸ ਅਖੰਡ ਜੋਤ ਦੇ ਪ੍ਰਕਾਸ਼ ਕਰਕੇ ਸਭ ਮਹਿ ਚਾਨਣ ਹੋ, ਸਾਰਿਆਂ ਦੇ ਵਿੱਚ ਚਾਨਣ ਪ੍ਰਕਾਸ਼ ਹੋ ਰਿਹਾ। ਉਸ ਦੀ ਸੱਤਾ ਦੇ ਨਾਲ ਹੀ ਇਹ ਤਾਰੇ ਜਿਹੜੇ ਹਨ ਚਮਕ ਡਲਕਾ ਮਾਰ ਰਹੇ ਹਨ, ਚੰਦਰਮਾ ਪ੍ਰਕਾਸ਼ ਰਿਹਾ ਹੈ, ਸੂਰਜ ਚਾਨਣ ਕਰ ਰਿਹਾ ਹੈ, ਅਗਨੀ ਦੇ ਵਿੱਚ ਪ੍ਰਕਾਸ਼ ਹੈ। ਸੋ ਉਸ ਜੋਤ ਦੇ ਕਰਕੇ ਸਾਰਿਆਂ ਇਕੱਠ ਜੋਤੀਆਂ ਦੇ ਵਿੱਚ ਉਹ ਚਾਨਣ ਹੋ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋ, ਕਹਿੰਦੇ ਜੀ ਸਾਡੀ ਤਾਂ ਉਸ ਜੋਤ ਨੂੰ ਪੰਡਾ ਜਗਾਉਂਦਾ ਹੈ। ਇਹ ਤੁਹਾਡੀ ਜੋਤ ਕਿਵੇਂ ਜਗਦੀ ਹੈ? ਕਹਿੰਦੇ ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਕੀ ਸਿੱਖਿਆ ਦੁਆਰਾ ਇਹ ਜੋਤ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ, ਐਵੇਂ ਨਹੀਂ। ਜਦੋਂ ਤੱਕ ਗੁਰੂ ਕੀ ਸਿੱਖਿਆ ਨਹੀਂ ਕੋਈ ਲੈਂਦਾ, ਆਪਣੀ ਮਨ ਮਤ ਵਰਤਦਾ, ਤਦੋਂ ਤੱਕ ਉਸ ਅਖੰਡ ਜੋਤ ਦੇ ਦਰਸ਼ਨ ਕਦੇ ਨਹੀਂ ਹੁੰਦੇ। ਸੋ ਤਾਈਏ ਬਚਨ ਹਨ ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਗੁਰੂ ਕੀ ਸਿੱਖਿਆ ਜਿਹੜੇ ਗੁਰੂ ਕੇ ਪਿਆਰੇ ਗ੍ਰਹਿਣ ਕਰਦੇ ਹਨ, ਉਹਨਾਂ ਨੂੰ ਉਹ ਜੋਤ ਸਾਖਿਆਤ ਹੁੰਦੀ ਹੈ। ਹਜ਼ੂਰ ਦੇ ਬਚਨ ਹਨ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। हे गुरु के सिखो, गुरु की चलाई हुई रीति मर्यादा अनुसार, गुरु की सिੱਖਿਆ अनुसार ਚੱਲੋ, ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਸੋ ਹਰ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਇਹੀ ਨਿਰਾਲੀ ਅਨੋਖੀ ਚੰਗੀ ਰੀਤੀ ਹੈ, ਬਾਕੀ ਹੋਰ ਕੋਈ ਨੀਤੀ ਚੰਗੀ ਰੀਤੀ ਚੰਗੀ ਨਹੀਂ। ਸੋ ਕਹਿੰਦੇ ਹਨ ਗੁਰੂ ਕੀ ਸਿੱਖਿਆ ਗ੍ਰਹਿਣ ਕਰਨੇ ਕਰਕੇ, ਗੁਰੂ ਕੀ ਸਿੱਖਿਆ ਅਨੁਸਾਰ ਚੱਲਣੇ ਕਰਕੇ, ਸੋ ਉਹ ਜੋਤ ਜਿਹੜੀ ਅਖੰਡ ਜੋਤ ਹਿਰਦੇ ਵਿੱਚ ਸਾਖਿਆਤ ਹੁੰਦੀ, ਪ੍ਰਗਟ ਹੁੰਦੀ ਹੈ। ਜੋ ਤਿਸ ਭਾਵੈ ਜੀ ਸੋ ਆਰਤੀ ਹੋ। ਕਹਿੰਦੇ ਜੀ ਇਹ ਗੱਲ ਮੰਨ ਲਈ ਤੁਸੀਂ, ਥਾਲ ਵੀ ਬੜਾ ਸੋਹਣਾ ਦੱਸਿਆ ਹੈ ਤੁਸੀਂ, ਵਿੱਚ ਇਹ ਜੋਤਾਂ ਵੀ ਚੰਗੀਆਂ ਦੱਸ ਦਿੱਤੀਆਂ ਨੇ, ਤੇ ਅਸੀਂ ਤਾਂ ਥਾਲ ਫੇਰਦੇ ਹਾਂ, ਉੱਚਾ ਨੀਵਾਂ ਅਗਾਂਹ ਪਿਛਾਂਹ ਕਰਦੇ ਹਾਂ, ਇਹ ਆਰਤੀ ਦਾ ਹੋਣਾ ਹੁੰਦਾ ਹੈ। ਤੁਸੀਂ ਦੱਸੋ ਕਿ ਆਰਤੀ ਹੋ ਕਿਵੇਂ ਰਹੀ ਹੈ? ਇਹ ਸਮੱਗਰੀ ਤਾਂ ਤੁਸੀਂ ਕਥਨ ਕਰ ਦਿੱਤੀ, ਤੇ ਆਰਤੀ ਹੋ ਕਿਵੇਂ ਰਹੀ ਹੈ? ਹਜ਼ੂਰ ਕਹਿੰਦੇ ਜੋ ਤਿਸ ਭਾਵ ਹੈ, ਜੋ ਤਿਸ ਪਰਮੇਸ਼ਰ ਨੂੰ ਪਾਉਂਦਾ ਹੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਕਦੇ ਖਿਨਮੈ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਕਦੇ ਨਦਰ ਉਹ ਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਨ ਭਿਖ ਨਾ ਪਾਇੰਦਾ। ਰਾਜ ਤੇ ਕੀਟ ਕੀਟ ਤੇ ਸੁਰਪਤ ਕਰ, ਦੋਖ ਜਠਰ ਕਉ ਭਰਤੇ। ਜੋ ਤਿਸ ਪਰਮੇਸ਼ਰ ਨੂੰ ਪਾਉਂਦਾ ਹੈ ਤੇ ਜੋ ਇਹ ਵਰਤਾਰਾ ਵਰਤ ਰਿਹਾ ਹੈ, ਸੋ ਆਰਤੀ ਹੋਏ। ਇਹ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਅਥਵਾ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹਨੂੰ ਅਸੀਂ ਮਿੱਠਾ ਕਰਕੇ ਮੰਨਦੇ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਪਰਮੇਸ਼ਰ ਦੇ ਭਾਣੇ ਵਿੱਚ ਪ੍ਰਸੰਨ ਰਹਿ ਕੇ ਜਿਹੜਾ ਉਹਦੀ ਆਗਿਆ ਵਿੱਚ ਪ੍ਰਸੰਨ ਹੋ ਕੇ ਚੱਲਣਾ ਹੈ, ਇਹ ਤਿਸ ਪਰਮੇਸ਼ਰ ਦੀ ਆਰਤੀ ਦਾ ਹੋਣਾ ਹੈ। ਇਸ ਤਰੀਕੇ ਨਾਲ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਸੋ ਮੰਗ ਮੰਗੀ ਦੀ ਹੈ। ਕਹਿੰਦੇ ਜੀ ਜਦੋਂ ਆਰਤੀ ਕਰੀਏ ਤੁਸੀਂ ਕਿਹੜੀ ਮੰਗ ਮੰਗਦੇ ਹੋ? ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਅੱਜ ਅੰਮ੍ਰਿਤ ਵੇਲੇ ਬਚਨ ਸਨ, ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ। ਸਾਰੀਆਂ ਮੰਗਾਂ ਭਲੀਆਂ ਤੋਂ ਭਲੀਆਂ ਮੰਗਾਂ ਦੇ ਵਿੱਚੋਂ ਇਹੀ ਮੰਗ ਚੰਗੀ ਹੈ ਜਿਹੜੇ ਪਰਮੇਸ਼ਰ ਨੂੰ ਹੀ ਮੰਗ ਲੈਣਾ ਹੈ ਕਿ ਪਰਮੇਸ਼ਰ ਤੂੰ ਹੀ ਸਾਡੇ ਹਿਰਦੇ ਵਿੱਚ ਆ ਕੇ ਸਾਖਿਆਤ ਹੋ, ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਜਿੱਥੇ ਰਾਜਾ ਆ ਜਾਵੇ ਉੱਥੇ ਕੀ ਮਜਾਲ ਹੈ ਕਿ ਵਜ਼ੀਰ ਤੇ ਬਾਕੀ ਦੇ ਅਹਿਲਕਾਰ ਨਾ ਆਉਣ ਤੇ ਉੱਥੇ ਪਦਾਰਥ ਸਾਰੇ ਨਾ ਆਉਣ। ਜਿੱਥੇ ਪਰਮੇਸ਼ਰ ਹੀ ਹਿਰਦੇ ਵਿੱਚ ਸਾਖਿਆਤ ਹੋ ਗਿਆ, ਬਾਕੀ ਕਿਹੜੀ ਚੀਜ਼ ਦੀ ਉੱਥੇ ਥੁੜ ਰਹਿ ਜਾਣੀ ਹੈ। ਇਸ ਵਾਸਤੇ ਹੋਰ ਕੋਈ ਮੰਗ ਹੀ ਕੀ ਮੰਗਣੀ ਹੈ? ਸਭ ਤੋਂ ਵੱਡੀ ਮੰਗ ਪਰਮੇਸ਼ਰ ਨੂੰ ਹੀ ਪ੍ਰਾਪਤ ਕਰ ਲੈਣਾ, ਮੰਗ ਲੈਣਾ, ਇਹੀ ਵੱਡੀ ਮੰਗ ਹੈ। ਜਿਵੇਂ ਭਾਈ ਹਿੰਮੇ ਨੇ ਕਿਹਾ ਸੀ
हे सतगुरु जी कृपा करो, सब किश तुमरा हाथ प्रभ आप करा कराए। सो सास सास सिमरत रहा नानक दान पाए। सो नानक जाच के दर तेरा प्रभ तुधरों मंगा दान। महाराज तेरे मंगते हैं, असी तो तेरा ही दान मंगते हैं, तू ही साढ़े हिरदे विच साक्षात हो, सानू होर किसी चीज़ की लोड़ ही नहीं है। इस प्रकार असी मंगते हर चरण कमल मकरंद लोभित मनो। हे वाहिगुरू तेरे चरण कमलों की न्याई हैं, उन्होंने उपर मकरंद धूड़ा है जिहड़ा भगती रूप, धूड़ा है जिहड़ा सरदा रूप, ਉਹਦੇ ਵਿੱਚ ਸਾਡਾ ਮਨ ਭੌਰਾ ਬਣ ਕੇ ਲੋਭ ਤੋਂ ਲੁਭਾਇਮਾਨ ਹੋ ਰਿਹਾ ਹੈ। ਸੋ ਪ੍ਰੇਮੀ ਹੋ ਰਿਹਾ ਹੈ। ਅਨ ਦਿਨ ਮੋਹਿ ਆਹੀ ਪਿਆਸਾ, ਤੁਹਾਡੇ ਚਰਨ ਕਮਲਾਂ ਦੀ ਜਿਹੜੀ ਧੂੜ ਹੈ ਸਰਦਾ ਰੂਪ, ਉਹਨੂੰ ਪ੍ਰਾਪਤ ਕਰਨ ਵਾਸਤੇ ਦਿਨੇ ਰਾਤ ਮੋਹੇ ਮੇਰੇ ਮਨ ਦੇ ਵਿੱਚ ਆਹੀ ਹੈ ਲੱਗੀ ਹੋਈ ਪਿਆਸ ਇੱਛਾ। ਸਾਡੇ ਮਨ ਦੇ ਵਿੱਚ ਦਿਨੇ ਰਾਤ ਇਹ ਇੱਛਾ ਲੱਗੀ ਹੋਈ ਹੈ। हे ਵਾਹਿਗੁਰੂ ਤੇਰੇ ਚਰਨ ਕਮਲਾਂ ਦਾ ਜਿਹੜਾ ਇਹ ਸਰਦਾ ਰੂਪ ਧੂੜਾ ਹੈ, ਪ੍ਰੇਮ ਰੂਪ ਧੂੜਾ ਹੈ, ਇਹਦੇ ਵਿੱਚ ਸਾਡਾ ਮਨ ਭੌਰਾ ਬਣ ਕੇ ਲੱਗ ਜਾਵੇ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਬਚਨ ਫਰਮਾਏ ਹਨ, ਸੋ पूता माता की आशीष निमख न बिसरो तुमको हर सदा भजो जगदीश। भवर तुम्हारा एव मन होवो हर चरना हो कौला। नानक दास उन संग लपटायो जो बूंदा है चात्रिक मौला। कृपा जल देह नानक सारंग का। अथवा दूसरी मंग ये है कि हे वाहिगुरु अकाल पुरख साडा मन है सारंग बबीहे दी न्याई, सानू कृपा करके नाम रूपी जल देना करो। आप मेहर करो सच्चे पातशाह जी, ਸਾਡੇ ਤੇ ਮਿਹਰ ਕਰੋ। ਜਿਹੜਾ ਬਾਕੀ ਦਾ ਜਲ ਹੈ ਸਵੰਤੀ ਬੂੰਦ ਤੋਂ ਬਿਨਾ, ਭਾਵੇਂ ਕਿੰਨੇ ਵੀ ਨਦੀਆਂ ਤੇ ਨਾਲੇ ਦਰਿਆ ਵਗਦੇ ਹੋਣ, ਸਮੁੰਦਰ ਭਰਿਆ ਪਿਆ ਹੋਵੇ, ਬਬੀਹਾ ਤਿਹਾਇਆ ਭਾਵੇਂ ਬੇਹੋਸ਼ ਹੋ ਕੇ ਇਹਨਾਂ ਵਿੱਚ ਡਿੱਗ ਪਵੇ, ਜਦੋਂ ਮੁੱਖ ਵਿੱਚ ਉਹ ਪਾਣੀ ਪਾਉਂਦਾ ਹੈ ਤਾਂ ਉਹਦੇ ਗਲੇ ਵਿੱਚ ਛੇਕ ਹੋਣ ਦਾ ਕਾਰਨ ਉਹ ਪਾਣੀ ਬਾਹਰ ਡਿੱਗ ਪੈਂਦਾ, ਨਿਕਲ ਜਾਂਦਾ, ਉਹਦੀ ਤੇਹ ਨਹੀਂ ਮਿਟਦੀ। ਨਛੱਤਰ ਦੀ ਵਰੀ ਹੋਈ ਸਵੰਤੀ ਬੂੰਦ ਹੀ ਉਹਦੀ ਤੇਹ ਮਿਟਣ ਦਾ ਕਾਰਨ ਬਣਦੀ ਹੈ। ਸੋ ਇਸੇ ਤਰ੍ਹਾਂ ਵਾਹਿਗੁਰੂ ਜੀ ਭਾਵੇਂ ਕਿੰਨੇ वेद शास्त्र पुराण सिमरतियाँ ये ज्ञान के नदियाँ ते नाले वग रहे हैं, पर जदों तक आप गुरु रूप बदल रूप होकर के तुसी कृपा नहीं ना करते। कारण गरजत गोबिंद रूप अमृत वेला बोलिया बबीहा तां दर सुनी पुकार। मेघा नो फुरमान होआ वरसो कृपा तहार। अमृत वेले जग्यासूआं दा चित रूपी बबीहा जदों बोलिया परमेश्वर की प्राप्ति सतगुरु जी दे सरगुण स्वरूप के प्रगट करने वास्ते वो पुकार दरगाह विच सुनी गई। मेघ बदल रूप सतगुरु नानक साहब जी नूं अकाल पुरख वालों फरमान होया कि कृपा धार के नाम की वर्खा सब संसार दे विच तुसीं करो। सो वो जिहड़ी नाम रूप सवंती बूंद है, उपदेश रूप सवंती बूंद है, ਉਹਦੇ वास्ते गुरसिख का चित रूपी बबीहा हर मौके ते तड़पदा रहिंदा है। जदों तक सतगुरु जी की अपनी रसना तो नाम रूप सवंती बूंद की प्राप्ति नहीं हुंदी, तदों तक तृष्णा की तेह कदे नहीं मिटती है। बाकी दे जिहड़े धर्म शास्त्र ने ठीक है कि वह आपो अपने थाई नदियां ते नालियां ते दरियावां की न्याई वह रहे हैं, पर सतगुरु सच्चे पातशाह की अमृत रसना तो अभेद निश्चय रूप गुरु का नाम रूप जिहड़ी सवंती बूंद है, जदों तक गुरसिख के चित रूपी बबीहे नूं नहीं प्राप्त हुंदी, तदों तक गुरु के सिख का चित जिहड़ा है कदे तृप्त नहीं हुंदा। सो कृपा करके नाम रूपी जल साडे मन रूपी बबीहे नूं आप कृपा करके देना करो। होए जाते तेरा नाम वासा, जिस करके तेरे नाम का निवास साडे हिरदे विच हो जावे। सो जिथे सोहले दे विच ये शब्द उचारिया, उस शब्द का ते शब्द का तिन्ना पाठां दा फर्क है। जिथे जिथे भी खालसा जी सतगुरु जी ने दोबारा शब्द उचारण किया, उत्थे जान बुझ के अपने शब्दां दे विच अखरां दा भेद रखिया है, लगां दा अखरां दा भेद जरूर रखिया है। सो जपजी साहब रह रहा इस कीर्तन सोहले का टीका जिहड़ा महापुरखां दा आरंभ कीता होया गुरु की कृपा नाल छपिया है, ਉਹਦੇ ਵਿੱਚ ਇਹਨਾਂ ਤਿੰਨਾਂ ਬਾਣੀਆਂ ਦੇ ਵਿੱਚ ਜਿਹੜਾ ਪਾਠਾਂ ਦਾ ਭੇਦ ਆਇਆ ਹੈ ਉਹ ਚੰਗੀ ਤਰ੍ਹਾਂ ਨਿਰਣਾ ਕਰਕੇ ਲਿਖ ਦਿੱਤਾ ਗਿਆ ਹੈ। ਸੋ ਜਦੋਂ ਵੀ ਪਾਠ ਕਰਨਾ, ਸਹਿਜ ਪਾਠ ਕੀ, ਅਖੰਡ ਪਾਠ ਕੀ, ਸੁਤੇ ਸਿੱਧ ਪਾਠ ਕੀ, ਉਸ ਮੌਕੇ ਤੇ ਇਹ ਨਹੀਂ ਖਿਆਲ ਕਰ ਲੈਣਾ ਕਿ ਸ਼ਬਦ ਪਹਿਲਾਂ ਵੀ ਆਇਆ ਉਹੀ ਸ਼ਬਦ ਉਸੇ ਤਰ੍ਹਾਂ ਪੜ੍ਹੀ ਜਾਈਏ, ਬੜੀ ਭਾਰੀ ਗਲਤੀ ਹੋਵੇਗੀ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਉੱਥੇ ਫਰਮਾਇਆ ਹੈ, ਹੋਏ ਜਾਤੇ ਤੇਰਾ ਨਾਏ ਵਾਸਾ, ਇੱਥੇ ਹੈ ਨਾਮ ਵਾਸਾ। ਸੋ ਹੋਰ ਵੀ ਦੋ ਫਰਕ ਇਸ ਸ਼ਬਦ ਦੇ ਵਿੱਚ ਆਏ ਹਨ। ਸੋ ਇਹਨਾਂ ਸਾਰਿਆਂ ਫਰਕਾਂ ਨੂੰ ਚੰਗੀ ਤਰ੍ਹਾਂ ਵੇਖ ਕੇ ਸੋ ਵਿਚਾਰ ਕੇ ਚੰਗੀ ਤਰ੍ਹਾਂ ਪੜ੍ਹਨਾ ਹੈ, ਐਵੇਂ ਨਹੀਂ ਤੁਰੇ ਜਾਣਾ। ਸੋ ਜਿਸ ਕਰਕੇ ਤੇਰੇ ਨਾਮੀ ਤੇਰੇ ਵਿੱਚ ਨਿਵਾਸ ਸਾਡਾ ਹੋਵੇ,
ਐਸੀ ਸਾਡੇ ਤੇ ਕਿਰਪਾ ਕਰੋ ਜੀ।